ਧੰਨ ਵਾਹਿਗੁਰੂ ਸਾਹਿਬ ਜੀ। ਹਮ ਕਿਆ ਗੁਣ ਤੇਰੇ ਵਿਥਰੇ ਸੁਆਮੀ, ਤੂੰ ਅਪਰ ਅਪਾਰੋ ਰਾਮ ਰਾਜੇ। ਹਰ ਨਾਮ ਸਲਾਹੇ ਦਿਨ ਰਾਤ, ਇਹ ਆਸ ਅਧਾਰੋ। ਹਮ ਮੂਰਖ ਕਿਛੁ ਨ ਜਾਣਹਾ, ਕਿਵ ਪਾਵਹਿ ਪਾਰੋ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸ ਪਨਿਹਾਰੋ। ਦਰਸ਼ਨ ਪਿਆਸੀ ਦਿਨਸ ਰਾਤ, ਚਿਤ ਬਉ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਮਨ ਤਨ ਬਲਿਹਾਰੀ ਦਰਸਾਰੀ, ਕੋਟ ਕੋਟ ਬੰਦਨ ਨਮਸਕਾਰਾ। ਵਾਰੰਵਾਰ ਜਾਉ ਲਖ ਵਾਰੀ, ਪੂਰਨ ਪਿਤ ਗੁਰੂ ਰਾਮ ਹਮਾਰਾ। ਸਗਲ ਦੁਆਰ ਕਉ ਛਾੜ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਚਵਰ ਸ਼ਵਰ ਤਖਤ ਦੇ ਮਾਲਕ, ਰਾਜਾਨ ਰਾਜ ਸਤਿਗੁਰੂ, ਭਾਨਾਨ ਭਾਨ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਸਭ ਸੰਗਤਾਂ, ਅਮਰ ਸ਼ਹੀਦ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬਾਂ ਨੂੰ ਮੁੱਖ ਰੱਖਦੇ ਹੋਏ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੁੜ ਕਰਕੇ ਸਤਿਗੁਰੂ ਦੀ ਗੋਦ ਦਾ ਆਨੰਦ ਮਾਣ ਰਹੇ ਹੋ। ਦਾਸ ਤੋਂ ਪਹਿਲਾਂ ਪੰਥ ਦੇ ਪ੍ਰਸਿੱਧ ਢਾਡੀ ਭਾਈ ਪ੍ਰਿਤਪਾਲ ਸਿੰਘ ਬੈਂਸ ਜੀ ਤੋਂ ਆਪ ਜੀ ਨੇ ਗੁਰ ਇਤਿਹਾਸ ਸਰਵਣ ਕੀਤਾ। ਸਤਿਗੁਰੂ ਨੇ ਕਿਰਪਾ ਕਰਕੇ ਨਾ ਖਾਲਸਾ ਜੀ ਇਹ ਘੜੀਆਂ ਬਖਸ਼ੀਆਂ ਨੇ ਕਿ ਅਸੀਂ ਸਾਹਿਬਜ਼ਾਦਿਆਂ ਦੀ ਜੀਵਨ ਸਾਖੀਆਂ ਦੇ ਵਿੱਚੋਂ ਕੁਝ ਕੇ ਜੀਵਨ ਸਿੱਖਿਆ ਲਈਏ, ਜੀਵਨ ਵਿੱਚ ਤਬਦੀਲੀ ਲਿਆਈਏ, ਜੀਵਨ ਦੇ ਵਿੱਚ ਕ੍ਰਾਂਤੀ ਲਿਆਈਏ। ਉਹਨਾਂ ਸਤਿਪੁਰਸ਼ਾਂ ਦੀ, ਮਹਾਂਪੁਰਖਾਂ ਦੀ ਕਥਾ ਕਹਾਣੀਆਂ ਦੇ ਵਿੱਚ ਜੁੜ ਕਰਕੇ ਜਰਾ ਆਪਣੇ ਅੰਦਰ ਵੀ ਝਾਤ ਪਾਈਏ ਕਿ ਹਜੇ ਤੱਕ ਬੰਦਗੀ ਦੇ ਰਾਹ ਤੇ ਤੁਰੇ ਆ ਕਿ ਨਹੀਂ, ਇਬਾਦਤ ਦੇ ਰਾਹ ਤੇ ਤੁਰੇ ਆ ਕਿ ਨਹੀਂ ਤੁਰੇ। ਕਿਉਂਕਿ ਇੱਕ ਗੱਲ ਮੰਨਣ ਯੋਗ ਹੈ ਕਿ ਕੌਮ ਦੇ ਮਹਾਨ ਸ਼ਹੀਦ, ਮਹਾਨ ਆਤਮਾਵਾਂ, ਪਵਿੱਤਰ ਆਤਮਾਵਾਂ ਸਾਡੀ ਖਾਤਰ ਆਪਣੇ ਤਨ ਦੀਆਂ ਕੁਰਬਾਨੀਆਂ ਕਰਦੀਆਂ। ਸਾਹਿਬਜ਼ਾਦਿਆਂ ਨੇ ਤਨ ਦੀ ਕੁਰਬਾਨੀ ਕੀਤੀ ਤੇ ਗੁਰੂ ਕਿਆਂ ਸਿੱਖਾਂ ਨੂੰ ਮਨ ਦੀ ਕੁਰਬਾਨੀ ਕਰਨ ਦੀ ਉਪਦੇਸ਼ ਦਿੱਤਾ। ਅਸੀਂ ਤਨ ਦੀ ਕੁਰਬਾਨੀ ਨਹੀਂ ਕਰ ਸਕਦੇ, ਕਿਉਂਕਿ ਗੱਲਾਂ ਕਰਕੇ, ਪਹਿਰਾਵੇ ਕਰਕੇ ਭਾਵੇਂ ਸਿੱਖ ਹਾਂ, ਪਰ ਸੱਚ ਹੈ ਗੁਰੂ ਨਾਨਕ ਦੀ ਸਿੱਖੀ ਕਮਾਉਣ ਵਾਸਤੇ ਕਈ ਜਨਮ ਧਾਰਨ ਕਰਨੇ ਪੈਣੇ ਨੇ। ਬੰਦਗੀ ਦੇ ਰਾਹ ਤੇ ਤੁਰਨ ਵਾਸਤੇ ਇਸ ਸਤਿਗੁਰੂ ਦੇ ਦਰ ਦੇ ਉੱਤੇ ਆ ਕਰਕੇ ਅਰਦਾਸ ਅਰਜ਼ੋਈ ਬੇਨਤੀ ਕਰਨੀ ਪੈਣੀ ਹੈ। ਪਾਤਸ਼ਾਹ ਬਹੁਤ ਜਨਮ ਕੇ ਵਿਛਰੇ ਮਾਦੋ, ਇਹ ਜਨਮ ਤੁਮਾਰੇ ਲੇਖੇ। ਇਹ ਜਨਮ ਗੁਰੂ ਦੇ ਲੇਖੇ ਲਾਉਣਾ ਪੈਣਾ। ਸੋ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਸਤਿਗੁਰੂ ਨੂੰ ਨਮਸਕਾਰ ਕਰੀਏ। ਪਰ ਮੇਰੀ ਬੇਨਤੀ, ਆਪਾਂ ਜਿਤਨੇ ਵੀ ਸਤਿਗੁਰੂ ਦੇ ਦਰਬਾਰ ਵਿੱਚ ਸਜੇ ਆ, ਐਸੀ ਭਾਵਨਾ ਤੇ ਐਸੇ ਪ੍ਰੇਮ ਦੇ ਨਾਲ ਸਜੀਏ। ਜਦੋਂ ਸਤਿਗੁਰੂ ਨੂੰ ਨਮਸਕਾਰ ਕਰੀਏ ਨਾ, ਤੇ ਸਾਡੀ ਅੰਤਰ ਆਤਮਾ ਨੂੰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨਜ਼ਰ ਆਉਣ।
ਸਾਡੀ ਅੰਤਰ ਆਤਮਾ ਨੂੰ ਸਾਹਿਬਜ਼ਾਦਿਆਂ ਦੀ ਮੌਜੂਦਗੀ ਮਹਿਸੂਸ ਹੋਵੇ। ਕਿਉਂਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਉਹ ਸਤਿਪੁਰਸ਼ ਅੱਜ ਵੀ ਮੌਜੂਦ ਨੇ, ਅੱਜ ਵੀ ਬਖਸ਼ਿਸ਼ਾਂ ਰਹਿਮਤਾਂ ਵਰਤਾਉਂਦੇ ਨੇ। ਪਰ ਖਾਲਸਾ ਜੀ ਸਾਡੀ ਵਿੱਥ ਪੈ ਜਾਂਦੀ ਹੈ ਜਦੋਂ ਇਹ ਨੇਤਰ ਬਾਹਰਲਾ ਆਲਾ ਦੁਆਲਾ ਤੱਕਦੇ ਆ ਤੇ ਉਹ ਨਜ਼ਰ ਨਹੀਂ ਆਉਂਦੇ। ਪਰ ਜਿੱਦਣ ਭਾਵਨਾ ਸਹਿਤ ਪ੍ਰੇਮ ਸਹਿਤ ਗੁਰੂ ਗ੍ਰੰਥ ਸਾਹਿਬ ਦੇ ਦੀਦਾਰੇ ਕਰੋਗੇ ਤੇ ਸੱਚਾ ਤਾਬਿਆ ਬੈਠੇ ਸਿੰਘ ਦੀ ਥਾਂ ਵੀ ਸਾਹਿਬਜ਼ਾਦੇ ਨਜ਼ਰ ਆਉਣਗੇ। ਸੋ ਬੜੇ ਹੀ ਪ੍ਰੇਮ ਸਹਿਤ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਦੋਨੋਂ ਹੱਥ ਜੋੜ ਕੇ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਉਪਦੇਸ਼ ਹੈ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ। ਉਆ ਕੁਜਾ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ। ਮੇਰੇ ਮਨ ਰਾਮ ਰਉ ਨਿਤ ਨੀਤ। ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਸਾਹਿਬਜ਼ਾਦਿਆਂ ਦੀ ਸ਼ਖਸੀਅਤ ਕੈਸੀ ਹੈ। ਸਤਿਗੁਰੂ ਕਹਿੰਦੇ ਇੱਕ ਸੰਘਣੀ ਛਾਂ ਵਾਲਾ ਕੋਈ ਰੁੱਖ ਹੋਵੇ ਨਾ, ਤੇ ਰੁੱਖ ਦੀ ਛਾਵੇਂ ਜਦੋਂ ਇਨਸਾਨ ਜਾਵੇ ਤੇ ਰੁੱਖ ਰੋਸ ਨਹੀਂ ਕਰਦਾ, ਵੈਰ ਨਹੀਂ ਕਰਦਾ, ਵਿਰੋਧ ਨਹੀਂ ਕਰਦਾ, ਈਰਖਾ ਵਿੱਚ ਨਹੀਂ ਆਉਂਦਾ। ਆਪਣੀ ਛਾਵੇਂ ਆਏ ਹੋਏ ਹਰ ਇੱਕ ਸੱਜਣ ਨੂੰ ਰੁੱਖ ਆਪਣੀ ਛਾਂ ਦਾ ਆਨੰਦ ਦਿੰਦਾ ਹੈ, ਆਪਣੀ ਛਾਂ ਦੀ ਉਹ ਮਿੱਠੀ ਹਵਾ ਦਿੰਦਾ ਹੈ। ਤੇ ਜੇ ਇਨਸਾਨ ਦੀ ਬੁੱਧੀ ਭ੍ਰਿਸ਼ਟ ਹੋ ਜਾਵੇ, ਰੁੱਖ ਨੂੰ ਤਿੱਖੇ ਸ਼ਸਤਰ ਦੇ ਨਾਲ ਕੱਟ ਦਵੇ, ਤੇ ਪਿਆਰ ਵਾਲਿਓ ਰੁੱਖ ਨੂੰ ਜਦੋਂ ਕੱਟਿਆ ਵੀ ਜਾਵੇ ਤਾਂ ਵੀ ਰੁੱਖ ਕਦੇ ਮਨ ਵਿੱਚ ਰੋਸ ਨਹੀਂ ਕਰਦਾ, ਕ੍ਰੋਧ ਨਹੀਂ ਕਰਦਾ। ਕੱਟਣ ਤੋਂ ਬਾਅਦ ਵੀ ਆਪਣੇ ਲੱਕੜ ਦੇ ਜ਼ਰੀਏ ਇਸ ਇਨਸਾਨ ਦੇ ਕਾਰਜ ਸਵਾਰ ਦਿੰਦਾ ਹੈ। ਬਸ ਗੁਰੂ ਗੋਬਿੰਦ ਸਿੰਘ ਕਲਗੀਧਰ ਜੀ ਦੀ ਵੀ ਸ਼ਖਸੀਅਤ ਐਸੀ ਹੈ ਕਿ ਜਿਹੜਾ ਤੇ ਛਾਂ ਦਾ ਆਨੰਦ ਲੈਣ ਵਾਸਤੇ ਆਨੰਦਾਂ ਦੀ ਪੂਰੀ ਵਿੱਚ ਗਿਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਗਿਆ, ਸਤਿਗੁਰੂ ਨੇ ਉਹਨੂੰ ਨਾਮ ਦੀ ਛਾਂ ਜ਼ਰੂਰ ਦਿੱਤੀ। ਜੇ ਭਾਈ ਨੰਦ ਲਾਲ ਜੀ ਨੇ ਨਮਸਕਾਰ ਕੀਤੀ, ਸਤਿਗੁਰੂ ਨੇ ਨਾਮ ਦੀ ਛਾਂ ਦਿੱਤੀ, ਨਾਮ ਦਾ ਫਲ ਦਿੱਤਾ। ਪਰ ਜੇ ਕੋਈ ਚੜ ਕੇ ਗਿਆ ਤੇ ਸਤਿਗੁਰੂ ਨੇ ਉਹਦੇ ਉੱਤੇ ਵੀ ਕ੍ਰੋਧ ਨਹੀਂ ਕੀਤਾ, ਈਰਖਾ ਨਹੀਂ ਕੀਤੀ, ਵੈਰ ਵਿਰੋਧ ਨਹੀਂ ਕੀਤਾ, ਬਲਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇ ਕੋਈ ਚੜ ਕੇ ਵੀ ਆਇਆ ਤੇ ਜੰਗ ਦੇ ਮੈਦਾਨ ਦੇ ਵਿੱਚ ਕਲਗੀਧਰ ਉਹਨੂੰ ਵੀ ਇਬਾਦਤ ਦਾ ਉਪਦੇਸ਼ ਦਿੰਦੇ ਰਹੇ। ਜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਸਤਰ ਚੱਲਿਆ ਤੇ ਖਾਲਸਾ ਜੀ ਸਤਿਗੁਰੂ ਨੇ ਅੰਤਮ ਸਮੇਂ ਮੁਗਲ ਹਕੂਮਤ ਦੀ ਫੌਜਦਾਰਾਂ ਨੂੰ ਵੀ ਕਿਹਾ ਕਿ ਇਹ ਖੁਦਾ ਨੂੰ ਚੇਤੇ ਕਰਨ ਦਾ ਸਮਾਂ ਹੈ, ਅੱਲਾ ਨੂੰ ਚੇਤੇ ਕਰਨ ਦਾ ਸਮਾਂ ਹੈ। ਕਿਉਂਕਿ ਵੇਖੋ ਸੰਸਾਰ ਤੇ ਤਿੰਨ ਤਰ੍ਹਾਂ ਦੇ ਇਨਸਾਨ ਹੁੰਦੇ ਨੇ। ਇੱਕ ਉਹ ਸੱਜਣ ਹੁੰਦੇ ਨੇ ਜਿਨ੍ਹਾਂ ਦੇ ਪਿਤਾ ਪਿਤਾਮਾ ਵੱਡੇ ਬਜ਼ੁਰਗ ਕੋਈ ਵੱਡੀ ਕੁਰਬਾਨੀ ਕਰਕੇ ਜਾਣ। ਪਿਤਾ ਪਿਤਾਮਾ ਨੇ, ਬਜ਼ੁਰਗਾਂ ਨੇ, ਪੂਰਵਜਾਂ ਨੇ ਕੋਈ ਐਸੇ ਚੰਗੇ ਕੰਮ ਕੀਤੇ ਕਿ ਹਾਲੇ ਤੱਕ ਉਹਨਾਂ ਦੀ ਔਲਾਦ ਦਾ ਸੰਸਾਰ ਤੇ ਸਤਿਕਾਰ ਹੁੰਦਾ। ਦੂਸਰੇ ਇਸ ਤਰ੍ਹਾਂ ਦੇ ਸੱਜਣ ਹੁੰਦੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਬਜ਼ੁਰਗਾਂ ਨੇ, ਪੂਰਵਜਾਂ ਨੇ ਤੇ ਕੋਈ ਵੱਡਾ ਕੰਮ ਨਹੀਂ ਕੀਤਾ, ਪਰ ਉਹ ਖੁਦ ਆਪਣੇ ਜੀਵਨ ਦੇ ਵਿੱਚ ਐਸੇ ਚੰਗੇ ਕਰਮ ਕਮਾਉਂਦੇ ਨੇ, ਐਸੇ ਸੋਹਣੇ ਕੰਮ ਕਰਦੇ ਨੇ ਕਿ ਉਹਨਾਂ ਕਰਕੇ ਉਹਨਾਂ ਦੇ ਮਾਤਾ ਪਿਤਾ ਦਾ ਵੀ ਸਤਿਕਾਰ ਹੁੰਦਾ। ਤੇ ਕੁਝ ਸੱਜਣ ਐਸੇ ਹੁੰਦੇ ਨੇ ਕਿ ਭਾਵੇਂ ਆਪਣਾ ਨਾ ਹੋਵੇ ਪਰ ਅਗਾਂਹ ਜਦੋਂ ਉਹਨਾਂ ਦੀਆਂ ਔਲਾਦਾਂ ਕੋਈ ਚੰਗਾ ਕੰਮ ਕਰਦੀਆਂ, ਉਹਨਾਂ ਦੀਆਂ ਔਲਾਦਾਂ ਸੰਸਾਰ ਦਾ ਭਲਾ ਕਰਦੀਆਂ ਤੇ ਫਿਰ ਸਾਰੀ ਕੁੱਲ ਦਾ ਹੀ ਜਸ ਗਾਇਆ ਜਾਂਦਾ। ਪਰ ਅਸੀਂ ਮਾਣ ਨਾਲ ਕਹਿ ਸਕਦੇ ਹਾਂ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ, ਜਿਨ੍ਹਾਂ ਦੀ ਸ਼ਖਸੀਅਤ, ਜਿਨ੍ਹਾਂ ਦੀ ਮੂਰਤ ਇਹਨਾਂ ਤਿੰਨਾਂ ਸੱਜਣਾ ਤੋਂ ਵੱਖਰੀ ਤੇ ਨਿਆਰੀ ਹੈ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੜਦਾਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਵੀ ਸ਼ਹੀਦਾਂ ਦੇ ਸਰਤਾਜ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਜਿਨ੍ਹਾਂ ਨੇ ਤੱਤੀ ਤਵੀ ਦੇ ਉੱਪਰ ਬੈਠ ਕਰਕੇ ਵੀ ਨਾਮ ਦੀ ਠੰਡ ਵਰਤਾ ਦਿੱਤੀ। ਮੈਂ ਬੇਨਤੀ ਕਰਾਂ, ਅੱਜ ਕਲਯੁਗ ਹੈ ਤੇ ਕੱਲ ਤਾਤੀ ਠੰਡਾ ਹਰਨਾਉ। ਸਾਖੀਆਂ ਸੁਣਦੇ ਆਂ, ਕਥਾ ਕਹਾਣੀਆਂ ਸੁਣਦੇ ਆਂ, ਕੀਰਤਨ ਸੁਣਦੇ ਆਂ, ਪਰ ਮਾਫ ਕਰ ਦੇਣਾ
ਜਦੋਂ ਘਰਾਂ ਨੂੰ ਪਰਤਦੇ ਆ, ਪੰਡਾਲ ਤੋਂ ਬਾਹਰ ਜਾਂਦੇ, ਸਾਰਾ ਛੱਡ ਜਾਂਦੇ। ਘਰ ਜਾ ਕੇ ਕਦੇ ਬੰਦਗੀ ਦਾ, ਇਬਾਦਤ ਦਾ ਰਾਹ ਨਹੀਂ ਪਕੜਦੇ, ਪਰਿਵਾਰ ਨਾਲ ਬੈਠ ਕੇ ਸਿਮਰਨ ਨਹੀਂ ਕਰਦੇ। ਇਸੇ ਕਰਕੇ ਸਾਡੀ ਜ਼ਬਾਨ ਦੇ ਉੱਤੇ, ਰਸਨਾ ਦੇ ਉੱਤੇ ਰੁੱਖਾਪਨ ਆ ਜਾਂਦਾ, ਸਾਡੀ ਰਸਨਾ ਫਿੱਕੀ ਹੋ ਜਾਂਦੀ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਉਪਦੇਸ਼ ਕਰਦੀ ਹੈ, ਇੱਕ ਫਿੱਕਾ ਨਾ ਗਲਾਏ ਸਭਨਾ ਮੇ ਸੱਚਾ ਸੋ ਧਨੀ। ਫਿੱਕਾ ਆਪਣੀ ਰਸਨਾ ਤੋਂ ਨਾ ਬੋਲ ਕਿਸੇ ਨੂੰ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਅੱਜ ਸਾਡੇ ਮਨ ਤੇ ਸਾਡੇ ਤਨ ਦੋਵੇਂ ਹੀ ਫਿੱਕੇ ਨੇ। ਭਾਵੇਂ ਬਾਹਰੋਂ ਲਿਬਾਸ ਅਸੀਂ ਧਰਮ ਵਾਲਾ ਪਾ ਲੈਨੇ ਆ, ਜਿਨ੍ਹਾਂ ਨੇ ਨਹੀਂ ਪਾਇਆ ਉਹਨਾਂ ਦਾ ਮਨ ਵੀ ਫਿੱਕਾ। ਤੇ ਜੇ ਪਿਆਰ ਵਾਲਿਓ ਧਰਮ ਦਾ ਲਿਬਾਸ ਧਾਰਨ ਕਰਕੇ, ਧਾਰਮਿਕ ਬਾਣਾ ਪਾ ਕੇ ਵੀ ਬੰਦਗੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਨਹੀਂ ਕਮਾਇਆ, ਤੇ ਸਾਡਾ ਤਨ ਵੀ ਫਿੱਕਾ ਪੈ ਜਾਂਦਾ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਤੀ ਤਵੀ ਦੇ ਉੱਪਰ ਬੈਠ ਕਰਕੇ ਵੀ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਉੱਥੇ ਵੀ ਨਾਮ ਨੂੰ ਜਪਣ ਦਾ ਉਪਦੇਸ਼ ਦਿੰਦੇ। ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪੜਦਾਦਾ, ਸ਼ਹੀਦਾਂ ਦੇ ਸਰਤਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਦੇਗਾਂ ਤੇਗਾਂ ਦੇ ਧਣੀ, ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ ਸਤਿਗੁਰੂ, ਤਖਤਾਂ ਤਾਜਾਂ ਵਾਲੇ ਸਤਿਗੁਰੂ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਤਾਮਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਧਰਮ ਕਲਾ ਪ੍ਰਗਟ ਐਮ ਤੇਗ ਬਹਾਦਰ ਕੀਨ, ਸੀਸ ਦਿਓ ਸਿਰਹ ਨਾ ਦਿਓ ਤ੍ਰਈ ਲੋਕ ਜਸਕੀਨ। ਕਹਿੰਦੇ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਕਿਉਂਕਿ ਸਤਿਗੁਰਾਂ ਦਾ ਵੀ 400 ਸਾਲਾ ਜੋ ਸਮੁੱਚੇ ਪੰਥ ਨੇ ਮਨਾਉਣਾ ਆਉਣ ਵਾਲੇ ਸਮੇਂ 'ਚ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਧਰਮ ਦੀ ਕਲਾ ਨੂੰ ਇਸ ਤਰ੍ਹਾਂ ਸੰਸਾਰ ਦੇ ਤਖਤੇ ਦੇ ਉੱਪਰ ਪ੍ਰਗਟ ਕੀਤਾ ਕਿ ਆਪਣਾ ਸੀਸ ਤੇ ਧੜ ਤੋਂ ਜੁਦਾ ਕਰਾ ਲਿਆ, ਪਰ ਆਪਣਾ ਸਿਰਰ ਨਾ ਛੱਡਿਆ। ਸੀਸ ਦਿਓ ਸਿਰਰ ਨਾ ਦਿਓ ਤ੍ਰਈ ਲੋਕ ਜਸ ਲੀਨ, ਤੇ ਤਿੰਨੇ ਲੋਕਾਂ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਜੀ ਦਾ ਜਸ ਗਾਇਆ ਗਿਆ। ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨਹੂ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ, ਹੈ ਸਭ ਜਗ ਭਇਓ ਜੈ 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 ਸੁਰਲੋਕ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾਮਾ ਵੀ ਕੁਰਬਾਨੀ ਕਰਨ ਵਾਲੇ, ਧਰਮ ਦੀ ਰੱਖਿਆ ਕਰਨ ਵਾਲੇ, ਤੇ ਪਿਆਰ ਵਾਲਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਆਪ ਵੀ ਖੁਦ ਖੁਦਾ, ਆਪ ਵੀ ਸੰਸਾਰ ਦੇ ਤਖਤੇ ਦੇ ਉੱਤੇ ਸੰਤ ਸਿਪਾਹੀ ਦੀ ਰੀਤੀ ਚਲਾਉਣ ਵਾਲੇ, ਹਰ ਕੁਰਬਾਨੀ ਨੂੰ ਤਿਆਰ ਰਹਿਣ ਵਾਲੇ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਿਗਰ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਜਿਗਰ ਦੇ ਟੁਕੜੇ ਸਾਹਿਬਜ਼ਾਦੇ ਵੀ ਕੁਰਬਾਨੀਆਂ ਕਰਨ ਵਾਲੇ, ਇਬਾਦਤਾਂ ਕਰਨ ਵਾਲੇ, ਬੰਦਗੀਆਂ ਕਰਨ ਵਾਲੇ। ਤੇ ਵੇਖੋ ਜਿਸ ਤਰ੍ਹਾਂ ਕਦੇ ਦਾਦੇ ਗੁਰੂ ਤੇਗ ਬਹਾਦਰ ਜੀ ਨੇ ਪੱਤ ਰੱਖੀ ਧਰਮ ਦੀ, ਜਿਸ ਤਰ੍ਹਾਂ ਕਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੱਡੇ ਬਜ਼ੁਰਗਾਂ ਨੇ ਧਰਮ ਦੀ ਖਾਤਰ ਤਨ ਦੀ ਕੁਰਬਾਨੀ ਕੀਤੀ। ਇਤਿਹਾਸਕਾਰ ਲਿਖਦੇ ਨੇ ਅੱਜ ਗੁਰੂ ਤੇਗ ਬਹਾਦਰ ਕੇ ਪੋਤਰੇ ਗੁਰੂ ਗੋਬਿੰਦ ਸਿੰਘ ਕੇ ਪੂਤ, ਸੀਸ ਦਿਓ ਧਰਮ ਜਿਨ। ਕਹਿੰਦੇ ਧਰਮ ਦੀ ਖਾਤਰ ਜਿਨ੍ਹਾਂ ਨੇ ਸੀਸ ਦਿੱਤਾ, ਪ੍ਰਬਲ ਪੰਥ ਭਇਓ ਸੂਤ। ਕਹਿੰਦੇ ਗੁਰੂ ਤੇਗ ਬਹਾਦਰ ਦੇ ਪੋਤਰੇ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਲਾਡਲੇ। ਕਿਉਂਕਿ ਜਿਹੜੇ ਸ਼ਹੀਦ ਹੁੰਦੇ ਨੇ, ਜਿਹੜੇ ਤਨ ਦੀ ਕੁਰਬਾਨੀ ਕਰਦੇ ਨੇ ਨਾ ਖਾਲਸਾ ਜੀ, ਉਹਨਾਂ ਦੇ ਜਨਮ ਦੀ ਗੱਲ ਵੀ ਮਰਨ ਤੋਂ ਹੀ ਸ਼ੁਰੂ ਹੁੰਦੀ ਹੈ। ਕਿਉਂਕਿ ਸੰਸਾਰ ਤੇ ਆਮ ਬੰਦਾ ਪਹਿਲਾਂ ਜੰਮਦਾ ਤੇ ਫਿਰ ਮਰਦਾ, ਪਰ ਰੱਬ ਦੇ ਘਰ ਦੇ ਵਿੱਚ ਪਹਿਲਾਂ ਮਰਨ ਹੁੰਦਾ ਤੇ ਫਿਰ ਜਨਮ ਹੁੰਦਾ। ਜਦੋਂ ਤੱਕ ਬੰਦਾ ਆਪਣਾ ਆਪ ਮਾਰਦਾ ਨਹੀਂ, ਰੱਬ ਦੇ ਘਰ ਵਿੱਚ ਜਨਮ ਨਹੀਂ ਹੋ ਸਕਦਾ। ਰੱਬ ਦੇ ਘਰ ਵਿੱਚ ਜਨਮ ਹੀ ਉਦੋਂ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ, ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਦੇ ਪੰਥ ਵਿੱਚ ਜਨਮ ਉਦੋਂ ਹੈ ਜਦੋਂ ਬੰਦਾ ਆਪਣਾ ਆਪ ਮਾਰ ਲਵੇ। ਤੇ ਜੇ ਐਵੇਂ ਹੰਕਾਰ ਦੀ ਪੰਡ ਚੁੱਕੀ ਫਿਰੇ ਤੇ ਧੌਣ ਆਪਣੀ ਤੋੜ ਕੇ ਬੈਠ ਜਾਂਦਾ, ਪਰ ਗੁਰੂ ਨਾਨਕ ਦੀ ਸਿੱਖੀ ਪ੍ਰਾਪਤ ਨਹੀਂ ਹੁੰਦੀ। ਭੇਸ ਕਰਕੇ, ਲਿਬਾਸ ਕਰਕੇ ਨਹੀਂ, ਅੰਦਰੋਂ ਸਿੱਖੀ ਮਿਲ ਜਾਵੇ।
ਇੱਥੇ ਪਹਿਲਾਂ ਮਰਨ ਹੈ ਤੇ ਫਿਰ ਜਨਮ ਹੈ। ਇਸੇ ਕਰਕੇ ਨਾ ਇੱਕ ਵਾਰੀ ਭਗਤ ਕਬੀਰ ਜੀ ਨੂੰ ਭਗਤ ਸਾਹਿਬ ਦੀ ਮਾਤਾ ਨੇ ਕਿਹਾ ਕਬੀਰ ਸਾਹਿਬ ਨੂੰ ਕਿ ਬੇਟਾ ਤੂੰ ਘਰ ਵਿੱਚ ਰਹਿਣਾ, ਪਰਿਵਾਰ ਨਾਲ ਰਹਿਣਾ, ਪਰ ਤੇਰਾ ਘਰ ਦੇ ਜੀਆਂ ਨਾਲ ਪਰਿਵਾਰ ਨਾਲ ਬਹੁਤਾ ਮੋਹ ਨਹੀਂ, ਤੇਰਾ ਘਰ ਦੇ ਨਾਲ ਬਹੁਤਾ ਮੋਹ ਨਹੀਂ। ਤੇ ਭਗਤ ਕਬੀਰ ਜੀ ਕਹਿਣ ਲੱਗੇ ਮਾਈ ਐਸੇ ਘਰ ਹਮ ਬਹੁ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਮਾਂ ਤੂੰ ਕਹਿੰਨੀ ਆ ਮੇਰਾ ਘਰ ਨਾਲ ਮੋਹ ਨਹੀਂ, ਮੇਰਾ ਪਰਿਵਾਰ ਨਾਲ ਮੋਹ ਨਹੀਂ, ਪਰ ਜਦੋਂ ਦਾ ਮੇਰਾ ਰੱਬ ਦੇ ਘਰ ਵਿੱਚ ਜਨਮ ਹੋਇਆ ਮੈਨੂੰ ਸਮਝ ਪੈ ਗਈ ਹੈ ਕਿ ਮੈਂ ਤੇ ਪਹਿਲਾਂ ਵੀ ਕਿਤਨੇ ਹੀ ਜਨਮਾਂ ਦੇ ਵਿੱਚ ਐਸੇ ਰਿਸ਼ਤੇ ਬਣਾ ਚੁੱਕਿਆ, ਮੈਂ ਤੇ ਪਿਛਲੇ ਜਨਮਾਂ ਵਿੱਚ ਕਿਤਨੀ ਵਾਰ ਜਨਮ ਲੈ ਕੇ ਐਸੇ ਘਰ ਵਸਾ ਚੁੱਕਿਆ, ਪਰ ਹੁਣ ਅਬ ਤੋਂ ਜਾਏ ਚੜੇ ਸੰਘਾਸਨ ਮਿਲੇ ਹੈ ਸਾਰੰਗ ਪਾਨੀ। ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ। ਹੁਣ ਤੇ ਉਸ ਰਾਮ ਦਾ ਜਸ ਗਾਉਣਾ, ਉਸ ਰਾਮ ਦੇ ਨਾਲ ਇਕਮਿਕ ਹੋਣਾ। ਸੋ ਪਿਆਰ ਵਾਲਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਖਸੀਅਤ ਵਿਲੱਖਣ ਹੈ, ਕਿਉਂਕਿ ਸਾਹਿਬਜ਼ਾਦਿਆਂ ਨੇ ਨਿੱਕੀ ਜਿਹੀ ਆਯੂ ਦੇ ਵਿੱਚ ਬਾਲ ਅਵਸਥਾ ਦੇ ਵਿੱਚ ਹੀ ਤਨ ਦੀ ਕੁਰਬਾਨੀ ਕਰਕੇ ਸਿੱਖੀ ਸਿਦਕ ਨਿਭਾ ਕਰਕੇ ਗੁਰੂ ਕਿਆਂ ਸਿੱਖਾਂ ਨੂੰ ਮਨ ਦੀ ਕੁਰਬਾਨੀ ਕਰਨ ਦੀ ਜਾਚ ਸਿਖਾਈ। ਮਨ ਦੀ ਕੁਰਬਾਨੀ ਦਾ ਭਾਵ ਕੀ ਹੈ? ਤਨ ਦੀ ਕੁਰਬਾਨੀ ਦਾ ਭਾਵ ਤੇ ਹੋਇਆ ਮੌਤ ਨੂੰ ਹਾਸਲ ਹੋ ਜਾਣਾ, ਸਰੀਰ ਦਾ ਬੰਦ ਕਟਵਾ ਲੈਣਾ, ਨੀਹਾਂ ਦੇ ਵਿੱਚ ਚਿਣੇ ਜਾਣਾ, ਇਹ ਤਨ ਦੀ ਕੁਰਬਾਨੀ ਹੈ। ਪਰ ਸਾਹਿਬਜ਼ਾਦਿਆਂ ਨੇ ਕਿਰਪਾ ਕਰਕੇ ਸਾਨੂੰ ਮਨ ਦੀ ਕੁਰਬਾਨੀ ਵਾਸਤੇ ਵੀ ਪ੍ਰੇਰਿਆ। ਮਨ ਦੀ ਕੁਰਬਾਨੀ ਇਹ ਹੈ ਕਿ ਅੰਮ੍ਰਿਤ ਵੇਲਾ ਹੋਵੇ ਤੇ ਆਲਸ ਵਿੱਚ ਚਾਦਰ ਲੈ ਕਰਕੇ ਲੰਮਾ ਨਾ ਪੈ ਜਾਵੇ। ਅੰਮ੍ਰਿਤ ਵੇਲੇ ਵੀ ਗੁਰੂ ਕੀ ਬਾਣੀ ਦਾ ਨਿਤਨੇਮ ਦਾ ਪੱਲਾ ਜ਼ਰੂਰ ਪਕੜੇ। ਤੇ ਜੇ ਗੁਰੂ ਕਾ ਸਿੱਖ ਨਿਤਨੇਮ ਨਹੀਂ ਕਰਦਾ, ਬਾਣੀ ਨਹੀਂ ਪੜਦਾ, ਤੇ ਫਿਰ ਉਹਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਸਿੱਖੀ ਨਹੀਂ ਆ ਸਕਦੀ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦਾ ਹਿਰਦੇ ਦੇ ਅੰਦਰ ਜੇ ਪ੍ਰਕਾਸ਼ ਕਰਨਾ ਚਾਹੁੰਦੇ ਆ, ਫਿਰ ਨਿਤਨੇਮ ਕਰਨਾ ਪੈਣਾ, ਸਿਮਰਨ ਕਰਨਾ ਪੈਣਾ, ਬੰਦਗੀ ਕਰਨੀ ਪੈਣੀ। ਪਰ ਮੈਂ ਬੇਨਤੀ ਕਰਾਂ, ਸਾਹਿਬਜ਼ਾਦਿਆਂ ਦੀ ਸ਼ਖਸੀਅਤ ਪਰਥਾਏ ਕਵੀ ਸੈਨਾਪਤ ਲਿਖਦੇ ਨੇ, ਧੰਨ ਧੰਨ ਗੁਰਦੇਵ ਸੁਤ ਤਨ ਕੋ ਲੋਭ ਨਾ ਕੀਨ, ਧਰਮ ਰਾਖ ਕਲਮੋ ਗਏ ਦਾਦੇ ਸੋ ਜਸਲੀਨ। ਜ਼ੋਰਾਵਰ ਫਤਿਹ ਸਿੰਘ ਇਹ ਬਿਦ ਤਜੇ ਪ੍ਰਾਨ, ਪ੍ਰਗਟ ਭਏ ਤਿਹ ਲੋਕ ਮੈਂ ਜਾਣਤ ਸਕਲ ਜਹਾਨ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਲਖਤੇ ਜਿਗਰ ਧੰਨ ਨੇ, ਜਿਨ੍ਹਾਂ ਨੇ ਆਪਣੇ ਤਨ ਦੀ ਕੁਰਬਾਨੀ ਕੀਤੀ, ਦਾਦੇ ਦੀ ਤਰ੍ਹਾਂ ਸਿਦਕ ਨਿਭਾਇਆ। ਦਾਸ ਤੋਂ ਪਹਿਲਾਂ ਢਾਡੀ ਸਿੰਘਾਂ ਨੇ ਜਨਮ ਬਾਰੇ, ਜਨਮ ਤਰੀਕਾਂ ਬਾਰੇ ਦੱਸਿਆ, ਜਨਮ ਅਸਥਾਨਾਂ ਬਾਰੇ ਦੱਸਿਆ ਤੇ ਜ਼ਿਕਰ ਕਰ ਰਹੇ ਸਨ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਆਨੰਦਾਂ ਦੀ ਪੁਰੀ ਨੂੰ ਛੱਡਿਆ। ਪਰ ਜਦੋਂ ਵੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨੂੰ ਵੇਖਾਂਗੇ ਨਾ, ਸਾਨੂੰ ਸਾਡਾ ਜ਼ਿੰਦਗੀ ਜੀਣ ਦਾ ਅਸਲੀ ਮੋਟਿਵ ਨਜ਼ਰ ਆਉਣ ਲੱਗ ਪਵੇਗਾ। ਅਸੀਂ ਜ਼ਿੰਦਗੀ ਕਿਵੇਂ ਜੀਣੀ ਹੈ। ਵੇਖੋ, ਕਲਗੀਧਰ ਪਾਤਸ਼ਾਹ ਨੇ ਘਰਾਂ ਨੂੰ ਛੱਡਿਆ, ਆਨੰਦਾਂ ਦੀ ਪੁਰੀ ਨੂੰ ਛੱਡਿਆ। ਛੱਡਣ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਕੱਲੀ ਕੱਲੀ ਗਲੀ ਦੇ ਵਿੱਚ ਆਪਣੇ ਮੁਬਾਰਕ ਚਰਨ ਪਾਏ। ਤੇ ਭਾਈ ਨੰਦ ਲਾਲ ਸਾਹਿਬ ਕਹਿੰਦੇ, ਗੁਰੂ ਕਿਆ ਸਿੱਖਾ ਆਨੰਦਪੁਰ ਦੀ ਧਰਤੀ ਦੇ ਵਿੱਚ ਬਰਕਤ ਹੈ ਕਿ ਆਨੰਦਪੁਰ ਦੀ ਗਲੀਆਂ ਦੇ ਵਿੱਚ ਖੜੇ ਹੋਏ ਮੰਗਤੇ ਵੀ ਪਾਤਸ਼ਾਹੀਆਂ ਵੰਡ ਰਹੇ ਨੇ, ਕਿਉਂਕਿ ਉਸ ਆਨੰਦਾਂ ਦੀ ਪੁਰੀ ਦੇ ਅੰਦਰ ਕਲਗੀਧਰ ਨੇ ਨਾਮ ਦਾ ਆਨੰਦ ਵਰਤਾਇਆ। ਆਪਾਂ ਜਦੋਂ ਕਿਸੇ ਯਾਤਰਾ ਤੇ ਜਾਈਏ ਜਾਂ ਰਿਸ਼ਤੇਦਾਰੀ ਵਿੱਚ ਜਾਈਏ ਨਾ, ਕਿਸੇ ਪ੍ਰੋਗਰਾਮ ਤੇ, ਜਦੋਂ ਘਰ ਤੋਂ ਤੁਰਦੇ ਆ ਤੇ ਨਿੱਕੇ ਬੱਚਿਆਂ ਨੂੰ ਨਾਲ ਲੈਂਦੇ ਆ, ਮਾਤਾ ਪਿਤਾ ਇਹ ਗੱਲ ਬੱਚਿਆਂ ਨੂੰ ਕਹਿੰਦੇ ਨੇ ਕਿ ਬਾਹਰ ਯਾਤਰਾ ਤੇ ਚੱਲੇ ਆ, ਜਾਂ ਤੇ ਮਾਤਾ ਦੀ ਤੇ ਜਾਂ ਪਿਤਾ ਦੀ ਉਂਗਲ ਛੱਡਿਓ ਨਾ, ਬਿਲਕੁਲ ਨਿਕਟ ਰਹਿਣਾ, ਭੀੜ ਦਾ ਇਲਾਕਾ ਹੈ, ਕਿਤੇ ਵੱਖ ਨਾ ਹੋ ਜਿਓ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਜੈ ਜੈਕਾਰ ਕਿਉਂ ਹੋ ਰਹੀ ਹੈ? ਜਿਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਾਂ ਦੀ ਪੁਰੀ ਨੂੰ ਛੱਡਿਆ, ਪਤਾ ਹੈ ਕਿ ਹਮਲਾ ਪਿੱਛੋਂ ਹੋਣਾ, ਪਿੱਠ ਤੇ ਵਾਰ ਹੋਣਾ, ਤੇ ਕਲਗੀਆਂ ਵਾਲੇ ਸਤਿਗੁਰੂ ਨੇ ਜਥੇ ਦੇ ਵਿੱਚ ਸਭ ਤੋਂ ਪਿੱਛਾਂ ਡਿਊਟੀ ਜੋ ਹੁਕਮ ਕੀਤਾ, ਸਤਿਗੁਰੂ ਸਾਹਿਬ ਨੇ ਆਪਣੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਨਾਲ ਜਥਾ ਭੇਜਿਆ। ਅੱਜ ਮਹਾਰਾਜ ਨੇ ਚਾਰੇ ਸਾਹਿਬਜ਼ਾਦਿਆਂ ਨੂੰ ਨਹੀਂ ਕਿਹਾ ਨਿਕਟ ਰਹਿਓ, ਨਜ਼ਦੀਕ ਰਹਿਓ,
ਬਲਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਿਕਲੇ, ਪੰਜ ਪਿਆਰੇ ਨਾਲ ਨੇ। ਪਰ ਮੈਂ ਵੇਖੋ ਸਤਿਗੁਰੂ ਆਨੰਦਪੁਰ ਦੀ ਧਰਤੀ ਨੂੰ ਛੱਡ ਕੇ ਚੱਲੇ, ਪਰ ਮਹਾਰਾਜ ਨੇ ਇੱਥੇ ਸਿੱਖਿਆ ਵੀ ਦੇ ਦਿੱਤੀ ਕਿ ਗੁਰੂ ਕਲਗੀਆਂ ਵਾਲਾ ਪਾਤਸ਼ਾਹ ਉਹਨੂੰ ਹੀ ਨਾਲ ਰੱਖਦਾ ਜਿਹਦੇ ਅੰਦਰ ਦਇਆ ਹੋਵੇ, ਜਿਹਦੇ ਅੰਦਰ ਧਰਮ ਹੋਵੇ। ਕਲਗੀਧਰ ਪਾਤਸ਼ਾਹ ਉਸ ਨੂੰ ਨਾਲ ਰੱਖਦੇ ਨੇ, ਬਾਹਰਲੀ ਲਿਬਾਸ ਵਾਲੇ ਨੂੰ ਨਾਲ ਨਹੀਂ ਰੱਖਦੇ। ਕਲਗੀ ਵਾਲੇ ਪਾਤਸ਼ਾਹ ਨੇ ਆਨੰਦਾਂ ਦੀ ਪੁਰੀ ਨੂੰ ਛੱਡਿਆ, ਸਿੱਖਿਆ ਦੇ ਦਿੱਤੀ, ਗੁਰੂ ਕਿਆ ਸਿੱਖਾ ਗੁਰੂ ਦੇ ਨਜ਼ਦੀਕ ਉਹੀ ਰਹਿ ਸਕਦਾ ਜਿਹਦੇ ਅੰਦਰ ਦਇਆ ਹੋਵੇ, ਜਿਹਦੇ ਅੰਦਰ ਧਰਮ ਦੇ ਗੁਣ ਹੋਣ, ਜਿਹਦੇ ਅੰਦਰ ਵਿਸ਼ੇ ਵਕਾਰਾਂ ਦੇ ਨਾਲ ਲੜਨ ਵਾਸਤੇ ਹਿੰਮਤ ਹੋਵੇ, ਜਿਹਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਜਪਣ ਦਾ ਚਾਹ ਹੋਵੇ, ਹਿਰਦੇ ਦੇ ਅੰਦਰ ਸਾਹਿਬ ਦਾ ਪ੍ਰਕਾਸ਼ ਹੋਵੇ, ਸੰਸਾਰ ਦੀ ਦੁਨੀਆ ਦਾ ਮੋਹ ਘਟ ਹੋਵੇ, ਮੋਹ ਕਮ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੀ ਹਰ ਇੱਕ ਘਟਨਾ ਖਾਲਸਾ ਜੀ ਸਾਨੂੰ ਆਪਣਾ ਅਧਿਆਤਮਕ ਜੀਵਨ ਉੱਚਾ ਕਰਨ ਦੀ, ਸੁਰਤ ਨੂੰ ਉਚਾਈ ਤੱਕ ਲੈ ਜਾਣ ਦੀ ਸਿੱਖਿਆ ਦੇਵੇਗਾ। ਵੇਖੋ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਆਂ, ਪਰ ਮਨ ਦੇ ਵਿੱਚ ਤਬਦੀਲੀ ਕਿਸੇ ਵਿਰਲੇ ਦੇ ਆਉਂਦੀ। ਮਨ ਦੇ ਵਿੱਚ ਦਰਸ਼ਨ ਕਰਕੇ ਚਿਹਰਾ ਗਦਗਦ ਕਿਸੇ ਵਿਰਲੇ ਦਾ ਹੁੰਦਾ, ਪਰ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਉਸ ਵੇਲੇ ਗੁਰੂ ਕੇ ਸਿੱਖ ਭਾਵਨਾ ਨਾਲ ਕਰਦੇ ਸਨ ਤੇ ਉਹਨਾਂ ਦੇ ਮਨ ਦੀ ਸੁਰਤ ਕਿਵੇਂ ਉਡਾਰੀ ਲਾਉਂਦੀ ਸੀ। ਕਲਗੀਆਂ ਵਾਲੇ ਪਾਤਸ਼ਾਹ ਦੇ ਇਤਿਹਾਸ ਨੂੰ ਜਿੰਨੀ ਵਾਰ ਵੀ ਵਾਚਾਂਗੇ ਨਾ, ਤੇ ਸਿਰਫ ਇਹੀ ਗੱਲ ਮੂੰਹ ਤੋਂ ਨਿਕਲੇਗੀ ਕਿ ਗੁਰ ਮਿਸਰੀ ਮੇਰ ਸਮ ਅਮਿਤ ਅਗਮ ਅਪਾਰ, ਚੀਰੀ ਮੁਖ ਨਿਜ ਭਰ ਲਿਆ ਕਛ ਅੰਤ ਨਾ ਪਾਰਾ ਬਾਹਰ। ਕਿ ਗੁਰੂ ਕਲਗੀਆਂ ਵਾਲੇ ਦੀ ਵਡਿਆਈ ਇਸ ਤਰ੍ਹਾਂ ਜਿਵੇਂ ਮਿਸ਼ਰੀ ਦਾ ਇੱਕ ਬਹੁਤ ਵੱਡਾ ਪਹਾੜ ਹੋਵੇ ਤੇ ਨਿੱਕੀ ਜਿਹੀ ਵਿਚਾਰੀ ਕੀੜੀ ਉਸ ਮਿਸ਼ਰੀ ਦੇ ਪਹਾੜ ਦੇ ਵਿੱਚੋਂ ਕਿਣਕਾ ਮਾਤਰ ਮਿਸ਼ਰੀ ਲੈ ਕਰਕੇ ਚੁੰਝ ਭਰ ਕੇ ਕਵੇ ਕਿ ਮੈਂ ਮਿਸ਼ਰੀ ਦੇ ਪਹਾੜ ਦੀ ਪੂਰੀ ਮਿਠਾਸ ਨੂੰ ਜਾਣ ਲਿਆ। ਉਹ ਵਿਦਵਾਨ ਕਹਿੰਦਾ ਨਹੀਂ ਨਹੀਂ, ਤੂੰ ਕਲਗੀਆਂ ਵਾਲੇ ਸਾਹਿਬ ਦੇ ਸਿਫਤ ਸਲਾਹ ਵਿੱਚ ਜੁੜ ਕੇ ਕਵੇਂ ਮੈਂ ਕਲਗੀਆਂ ਵਾਲੇ ਦੀ ਸਮੁੱਚੀ ਵਡਿਆਈ ਨੂੰ ਗਾ ਲਿਆ। ਕਹਿੰਦੇ ਹੋ ਹੀ ਨਹੀਂ ਸਕਦਾ। ਕਛ ਅੰਤ ਨਾ ਪਾਰਾ ਵਾਰ, ਵੱਡੇ ਵੱਡੇ ਮੁਨ ਦੇਵਤੇ ਕਈ ਜੁਗ ਤਿਨੀ ਤਨ ਤਾਇਆ ਕਿਨੀ ਤੇਰਾ ਅੰਤ ਨਾ ਪਾਇਆ। ਉਹਦਾ ਅੰਤ ਪਾਉਣਾ ਕਠਨ ਹੈ। ਜਿਸ ਦਿਨ ਪੀਰ ਬੁੱਧੂ ਸ਼ਾਹ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਮਿਲੇ ਨੇ ਨਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰੇ ਕੀਤੇ। ਉਸ ਪੀਰ ਨੇ, ਉਸ ਫਕੀਰ ਨੇ ਚਰਨਾਂ ਨੂੰ ਗਲਵਕੜੀ ਪਾ ਲਈ ਤੇ ਜਦੋਂ ਮੱਥਾ ਗੁਰੂ ਕੇ ਚਰਨਾਂ ਤੋਂ ਚੁੱਕਿਆ ਤੇ ਇਹ ਬੋਲ ਸਨ, ਪਾਤਸ਼ਾਹ ਐਸੀ ਮਿਲਣੀ ਅਬ ਮਿਲ ਗਇਓ, ਲੈ ਦਰਸ਼ਨ ਕੋ ਮਨ ਦੇ ਗਇਓ। ਐ ਸਤਿਗੁਰੂ ਮੈਂ ਜਦੋਂ ਤੇਰੇ ਦੀਦਾਰੇ ਕੀਤੇ, ਤੇਰੇ ਚਰਨਾਂ ਤੇ ਸੀਸ ਝੁਕਾਇਆ ਤੇ ਸੱਚ ਹੈ ਪਾਤਸ਼ਾਹ ਮੈਂ ਤੇਰੇ ਦਰਸ਼ਨ ਲੈ ਚੱਲਾਂ, ਤੇਰੀ ਮੂਰਤ ਨੂੰ ਆਪਣੇ ਹਿਰਦੇ ਵਿੱਚ ਵਸਾ ਚੱਲਾਂ, ਪਰ ਆਪਣਾ ਮਨ ਤੇਰੇ ਚਰਨਾਂ ਦੇ ਵਿੱਚ ਰੱਖ ਚੱਲਾਂ। ਲੈ ਦਰਸ਼ਨ ਕੋ ਮਨ ਦੇ ਗਇਓ, ਮੈਂ ਮਨ ਤੇਰੇ ਚਰਨਾਂ ਦੇ ਵਿੱਚ ਛੱਡ ਚੱਲਾਂ, ਮਨ ਤੈਨੂੰ ਵੇਚ ਚੱਲਾਂ। ਹੁਣ ਕਿਰਪਾ ਕਰੀ ਹਿਰਦੇ ਦੇ ਵਿੱਚ ਸੱਚਮੁੱਚ ਤੇਰੀ ਸਿੱਖਿਆ ਦਾ ਪ੍ਰਕਾਸ਼ ਹੋ ਜਾਵੇ ਤੇ ਪਿਆਰ ਵਾਲਿਓ ਕਿਤੇ ਸਾਨੂੰ ਐਸੀ ਮਿਲਣੀ ਆ ਜਾਵੇ ਜਿਸ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੀਏ ਤੇ ਸੱਚਮੁੱਚ ਸਾਡਾ ਮਨ ਇੱਥੇ ਰਹਿ ਜਾਵੇ ਤੇ ਗੁਰੂ ਕੀ ਬਾਣੀ ਦਾ ਅਭਿਆਸ ਕਰਨ ਦੀ ਜਾਚ ਆ ਜਾਵੇ। क्योंकि एक विद्वान का कथन है कि आकर इस दुनिया में इकरार बसर भूल गया, जो उधर कहकर चला था वो इधर आकर भूल गया। जो रब दी दरगाह विच कह के तुरिया सी ना कि जा करके रब्बा तेरा नां लांगा, इस जीवन नूं सोहना जीवन बना करके जीवांगा ते सचमुच कुदरत दे विच रह करके बलिहारी कुदरत वसिया, कुदरत दे विचों तैनूं तकांगा। बस इत्थे आ करके सारे इकरार सारे वायदे खुदा दे नाल कीते हुए सुरत दे विचों गवाच गए। बंदा भुल गया ते आ गुरु के समागम केवल यही झात सानू रोजाना देंदे आ, ये सिक्ख्या देंदे आ कि जिन्हां दीयां यादां विच जुड़दे आ उन्हां ने किस तरह तन ते मन दोवां दी कुर्बानी कीती। किते तू केवल मन दी कुर्बानी करके वेख, तन दी कुर्बानी कीती जावे, गुरु दी कृपा चाहिदी है, पर बंदा मन दी कुर्बानी भी करे। प्यार वालिओ सतगुरु गुरु गोबिंद सिंह महाराज ने उत्थों ही आपां अगाह तुरीए। कलगियां वाले पातशाह ने आनंदां दी पुरी नूं छड्डिया,
ਸਤਿਗੁਰੂ ਸੱਚੇ ਪਾਤਸ਼ਾਹ ਨੇ ਦਇਆ, ਧਰਮ, ਹਿੰਮਤ, ਮੋਹਕਮ ਸਾਹਿਬ, ਇਹ ਪੰਜੇ ਗੁਣਾਂ ਨੂੰ, ਭਾਵ ਪੰਜ ਸਿੰਘ ਸਾਹਿਬਾਨ, ਪੰਜ ਪਿਆਰਿਆਂ ਨੂੰ ਨਜ਼ਦੀਕ ਰੱਖਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ, ਆਪਾਂ ਸਾਰੇ ਇਤਿਹਾਸ ਤੋਂ ਜਾਣੂ ਆ। ਮਹਾਰਾਜ ਸਰਸਾ ਦਰਿਆ ਦੇ ਕਿਨਾਰੇ ਪਹੁੰਚੇ, ਅੰਮ੍ਰਿਤ ਵੇਲਾ ਹੋ ਗਿਆ। ਕਲਗੀਧਰ ਪਾਤਸ਼ਾਹ ਤੇ ਤੀਰਾਂ ਦੀਆਂ ਬੁਛਾਰਾਂ ਪੈ ਰਹੀਆਂ, ਤੋਪਾਂ ਦੇ ਗੋਲੇ ਚੱਲ ਰਹੇ, ਪਰ ਫਿਰ ਵੀ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਨੇ ਕੁੱਲ ਕਾਇਨਾਤ ਨੂੰ, ਕੁੱਲ ਲੁਕਾਈ ਨੂੰ ਸਿੱਖਿਆ ਦੇਣ ਦੇ ਵਾਸਤੇ ਉਸ ਵੇਲੇ ਵੀ ਆਸਾ ਕੀ ਵਾਰ ਦਾ ਕੀਰਤਨ ਨਾ ਛੱਡਿਆ। ਉਸ ਵੇਲੇ ਵੀ ਨਿਤਨੇਮ ਦਾ ਪੱਲਾ ਨਾ ਛੱਡਿਆ, ਬੰਦਗੀ ਦਾ ਪੱਲਾ ਨਾ ਛੱਡਿਆ। ਤੇ ਮੈਂ ਬੇਨਤੀ ਕਰਾਂ ਖਾਲਸਾ ਜੀ ਕਿ ਜਦੋਂ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ, ਦਸਮ ਗ੍ਰੰਥ ਦੀ, ਸ੍ਰੀ ਸਰਬਲੋ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਹਿਜ ਪਾਠ ਕਰਾਂਗੇ ਨਾ, ਤੇ ਗੁਰੂ ਕੀ ਬਾਣੀ ਸਾਨੂੰ ਬਾਰ-ਬਾਰ ਇਹ ਸਿੱਖਿਆ ਦੇਵੇਗੀ ਕਿ ਬੰਦਿਆ, ਤੇਰੇ ਅੰਦਰ ਔਗਣ ਬਹੁਤ ਨੇ, ਅੰਦਰ ਮੈਲ ਬਹੁਤ ਲੱਗੀ ਹੋਈ ਹੈ, ਕਿਤੇ ਇਹਨੂੰ ਧੋਣ ਦਾ ਯਤਨ ਕਰ, ਕਿਤੇ ਗੁਰੂ ਦੀ ਹਜ਼ੂਰੀ ਵਿੱਚ ਆ ਕਰਕੇ ਰਸਨਾ ਤੋਂ ਉਚਾਰਿਆ ਕਰ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ, ਪਾਤਸ਼ਾਹ ਜਦੋਂ ਰੱਬ ਦੀ ਦਰਗਾਹ ਵਿੱਚ ਜਾਈਏ ਤੇ ਕੀ ਬਚਨ ਕਰੀਏ? ਸਤਿਗੁਰੂ ਨੇ ਕਿਹਾ, ਉਸ ਪ੍ਰਮਾਤਮਾ ਨੂੰ ਕਹਿ, ਏਤੇ ਔਗਨ ਮੋਤਨ ਮਾਹੀ, ਰਾਖ ਲਿਹੋ ਪ੍ਰਭ ਸਰਨ ਗਹੀ, ਅਨਕ ਜਨਮ ਕੇ ਬਿਸ਼ਰੇ ਮੇਲੋ, ਪਾਵਨ ਪਤਤ ਤੋ ਬਿਰਦ ਕਹੀ। ਪਾਤਸ਼ਾਹ, ਔਗਣਾ ਦੇ ਨਾਲ ਸਰੀਰ ਭਰਿਆ, ਮਨ ਭਰਿਆ ਪਿਆ, ਤੇਰੀ ਹਜ਼ੂਰੀ ਵਿੱਚ ਆਇਆ, ਬਹੁਤ ਜਨਮਾਂ ਤੋਂ ਵਿਛਰਿਆ, ਹੁਣ ਕਿਰਪਾ ਕਰਕੇ ਹਿਰਦੇ ਦੇ ਵਿੱਚ ਨਾਮ ਦੀ ਦਾਤ ਦੇ, ਕਿਰਪਾ ਕਰਕੇ ਹਿਰਦੇ ਦੇ ਵਿੱਚ ਆਪਣੀ ਸਿੱਖੀ ਕਮਾਉਣ ਦਾ ਬਲ ਬਖਸ਼, ਕਿਤੇ ਕਿਰਪਾ ਕਰ ਮੈਨੂੰ ਆਪਣੇ ਸਹਿਬਜ਼ਾਦਿਆਂ ਦੀ ਤਰ੍ਹਾਂ, ਆਪਣੇ ਪਿਆਰਿਆਂ ਦੀ ਤਰ੍ਹਾਂ ਖੰਡੇ ਦੀ ਪੋਲ ਦੇ ਕਰਕੇ ਪਾਤਸ਼ਾਹ ਆਪਣੇ ਚਰਨਾਂ ਦੀ ਥਾਂ ਬਖਸ਼ ਦੇ। ਪਿਆਰ ਵਾਲਿਓ, ਧੰਨ ਧੰਨ ਗੁਰਦੇਵ ਸੁਤ, ਤਨ ਕੋ ਲੋਭ ਨਾ ਕੀਨ। ਉਸ ਅਸਥਾਨ ਤੋਂ ਸਹਿਬਜ਼ਾਦੇ ਸਾਹਿਬਾਂ ਤੋਂ ਵਿਛੜੇ ਦੋ ਸਹਿਬਜ਼ਾਦੇ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਚਮਕੌਰ ਦੀ ਗੜੀ ਵੱਲ ਵਧੇ। ਦੋ ਸਹਿਬਜ਼ਾਦੇ ਆਪਣੀ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਨਾਲ ਇਸ ਪਾਵਨ ਪਵਿੱਤਰ ਧਰਤੀ ਤੇ ਪਹੁੰਚੇ। ਇਹ ਪਾਵਨ ਤਦ ਹੋ ਗਈ ਜਦੋਂ ਸਾਹਿਬਜ਼ਾਦਿਆਂ ਦੇ ਸਰੀਰ ਦਾ ਲਹੂ ਇਸ ਧਰਤੀ ਤੇ ਪਿਆ, ਤਾਂ ਇਹ ਪਾਵਨ ਹੋਈ। ਕਿਉਂਕਿ ਜਦੋਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਆ ਤੇ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਆਉਂਦਾ, ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਨਾਲ ਲਾਹੌਰ ਦੀ ਧਰਤੀ ਤੇ ਗਏ ਤੇ ਚੀਖ ਚਿਹਾੜਾ ਬਹੁਤ ਸੀ, ਅੰਮ੍ਰਿਤ ਵੇਲੇ ਵੀ ਟਿਕਾ ਨਹੀਂ ਸੀ। ਤੇ ਸਤਿਗੁਰੂ ਨੇ ਕਿਹਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਕਿ ਹੱਦ ਹੋ ਗਈ, ਪਉ ਫੁੱਟੇ ਦਾ ਸਮਾਂ, ਪਰ ਫਿਰ ਵੀ ਜ਼ਹਿਰ ਦਾ ਪਸਾਰਾ ਪਸਰ ਰਿਹਾ, ਕਿਉਂਕਿ ਉੱਥੇ ਇਬਾਦਤ ਨਹੀਂ, ਬੰਦਗੀ ਨਹੀਂ। ਪਰ ਜਦੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਦਾ ਪ੍ਰਕਾਸ਼ ਹੋ ਗਿਆ ਤੇ ਬਾਣੀ ਨੇ ਫਰਮਾਨ ਕੀਤਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਜਦੋਂ ਸਾਹਿਬ ਦਾ ਪ੍ਰਕਾਸ਼ ਹੋ ਗਿਆ ਤੇ ਉੱਥੇ ਅੰਮ੍ਰਿਤ ਦਾ ਸਰੋਵਰ ਲੱਗ ਗਿਆ। ਬਸ ਇਹ ਵੀ ਸਰਹੰਦ ਦੀ ਧਰਤੀ ਤੇ ਜਦੋਂ ਸਾਹਿਬ ਦੇ ਸਾਹਿਬਜ਼ਾਦਿਆਂ ਦੇ ਸਰੀਰ ਦਾ ਲਹੂ ਡੁੱਲਿਆ ਤੇ ਇਸ ਧਰਤੀ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਲਹੂ ਨੇ ਧੋ ਕਰਕੇ ਪਿਆਰ ਵਾਲਿਓ ਪਵਿੱਤਰ ਕਰ ਦਿੱਤਾ, ਪਾਵਨ ਕਰ ਦਿੱਤਾ। ਪਰ ਮੈਂ ਬੇਨਤੀ ਕਰਾਂ ਕਿ ਆਪਾਂ ਜਿਤਨੇ ਵੀ ਇਸ ਧਰਤੀ ਤੇ ਜੁੜਦੇ ਆਂ, ਸਥਾਨਾਂ ਦੇ ਦਰਸ਼ਨ ਕਰਨ ਆਉਂਦੇ ਆਂ, ਸਾਹਿਬਜ਼ਾਦਿਆਂ ਤੋਂ ਸਿੱਖਿਆ ਵੀ ਲਿਆ ਕਰੀਏ, ਸਿੱਖੀ ਕਮਾਉਣ ਦਾ ਯਤਨ ਵੀ ਕਰਿਆ ਕਰੀਏ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਅਦਭੁਤ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੇਕਰ ਚਮਕੌਰ ਦੀ ਗੜੀ ਦੇ ਵਿੱਚ ਨੇ 10 ਲੱਖ ਫੌਜ ਨੇ ਉਦੋਂ ਭਾਵੇਂ ਘੇਰਾ ਪਾਇਆ ਸੀ ਖਾਲਸਾ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦਾ ਪ੍ਰੇਮ ਵੇਖੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ 5 ਸਿੰਘਾਂ ਦੇ ਜਥੇ ਬਣਾ ਕਰਕੇ ਗੜੀ ਤੋਂ ਬਾਹਰ ਭੇਜਦੇ। ਜਦੋਂ ਸਿੰਘ ਸ਼ਹਾਦਤਾਂ ਦੇ ਜਾਮ ਪੀਂਦੇ, ਭਾਈ ਦਇਆ ਸਿੰਘ ਜਕਾਰਾ ਗਜਾਉਂਦੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿ ਸ੍ਰੀ ਅਕਾਲ ਕਹਿ ਕੇ ਜਵਾਬ ਦਿੰਦੇ। ਅੱਜ ਜਦੋਂ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀਣ ਵਾਸਤੇ ਚਮਕੌਰ ਦੀ ਗੜੀ ਤੋਂ ਬਾਹਰ ਗਏ, ਸਾਹਿਬਜ਼ਾਦੇ ਦੀ ਛਾਤੀ ਦੇ ਵਿੱਚ ਤੀਰ ਵਿੰਨੇ ਗਏ। ਅੱਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਜਕਾਰਾ ਛੱਡਿਆ, ਕਿਉਂ? ਭਾਈ ਦਇਆ ਸਿੰਘ ਦੀਆਂ ਬੁੱਲੀਆਂ ਕੰਬ ਉੱਠੀਆਂ, ਰਸਨਾ ਤੋਂ ਜਕਾਰੇ ਦੀ ਆਵਾਜ਼ ਉਚਾਰੀ ਨਾ ਗਈ।
ਜਕਾਰੇ ਦਾ ਨਾਰਾ ਬੁਲੰਦ ਨਾ ਕੀਤਾ ਗਿਆ। ਜਦੋਂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਛਾਤੀ ਵਿੱਚ ਤੀਰ ਵੱਜੇ, ਅੱਜ ਸਾਹਿਬ ਨੇ ਜਕਾਰਾ ਗਜਾਇਆ ਤੇ ਗੁਰੂ ਕੇ ਸਿੰਘਾਂ ਨੇ ਜਵਾਬ ਦਿੱਤਾ। ਪਰ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਕਲਗੀਆਂ ਵਾਲੇ ਨੇ ਜਕਾਰਾ ਗਜਾਇਆ। ਜਿਸ ਵਕਤ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਖਬਰ ਮਿਲੀ ਕਲਗੀ ਵਾਲੇ ਪਾਤਸ਼ਾਹ ਨੇ ਉਦੋਂ ਵੀ ਕਿਹਾ ਕਿ ਆਪਣੇ ਦਾਦੇ ਦੀ ਤਰ੍ਹਾਂ ਧਰਮ ਨੂੰ ਰੱਖ ਗਏ। ਧਰਮ ਰਾਖ ਕਲ ਮੋਹ ਗਏ, ਦਾਦੇ ਸੋ ਜਸਲੀਨ, ਦਾਦੇ ਦੀ ਤਰ੍ਹਾਂ ਧਰਮ ਦੀ ਰੱਖਿਆ ਕਰ ਗਏ। ਪਰ ਜਿਸ ਦਿਨ ਆਪਣੀ ਗੋਦ ਦੇ ਵਿੱਚ ਆਪਣੇ ਗੁਰੂ ਕੇ ਸਿੱਖਾਂ ਦਾ, ਪਿਆਰਿਆਂ ਦਾ, ਭਾਈ ਮਹਾ ਸਿੰਘ ਵਰਗੇ ਸੂਰਮਿਆਂ ਦਾ ਸੀਸ ਗੋਦ ਵਿੱਚ ਰੱਖਿਆ, ਤਾਂ ਉਸ ਵਕਤ ਕਲਗੀਆਂ ਵਾਲੇ ਪਾਤਸ਼ਾਹ ਦੇ ਨੇਤਰ ਭਿੱਜੇ ਸਨ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਗੁਰੂ ਕੀ ਸਿੱਖ ਸੰਗਤ ਵੱਲ ਵੇਖ ਕਰਕੇ ਹੀ ਕਿਹਾ ਸੀ ਕਿ ਇਹ ਮੇਰੇ ਪੰਜਵਾਂ ਸਾਹਿਬਜ਼ਾਦਾ, ਇਹ ਮੇਰਾ ਪੰਜਵਾਂ ਖਾਲਸਾ, ਇਹ ਮੇਰਾ ਸਤਿਗੁਰ ਪੂਰਾ। ਢਾਡੀ ਸਿੰਘ, ਕਵੀਸ਼ਰ ਸਿੰਘ ਅਕਸਰ ਪੜ੍ਹਦੇ ਨਾ, ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਮਾਤਾਵਾਂ ਨੇ ਪੁੱਛਿਆ ਲਾਲ ਨਜ਼ਰ ਨਹੀਂ ਆਉਂਦੇ, ਤੇ ਕਲਗੀਆਂ ਵਾਲੇ ਨੇ ਆਪਣੀ ਬਾਣੀ ਦੇ ਰਾਹੀਂ ਉੱਥੇ ਉਚਾਰਨ ਕੀਤਾ, ਸ਼੍ਰੀ ਅਜੀਤ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ, ਜ਼ੋਰਾਵਰ ਸਿੰਘ ਪ੍ਰੀਏ। ਕਹਿੰਦੇ ਮਾਤਾ ਜੀ ਨੂੰ ਕਿਹਾ ਕਿ ਚਾਰ ਸਾਹਿਬਜ਼ਾਦੇ ਤੇ ਇਹ ਨੇ, ਤੇ ਆ ਪੰਜਵਾਂ ਪੰਚਮ ਖਾਲਸੇ ਸਤਿਗੁਰ ਪੂਰਾ, ਜਿਨ ਇਹ ਪੰਥ ਸੁਪੰਥ ਪ੍ਰਗਟੇ। ਸੋ ਆਪਾਂ ਯਤਨ ਕਰੀਏ। ਤੇ ਮੈਂ ਬੇਨਤੀ ਕਰਾਂ, ਜਿਨ੍ਹਾਂ ਨੇ ਖੰਡੇ ਦੀ ਪੋਲ ਨਹੀਂ ਲਈ, ਉਹ ਕਲਗੀਆਂ ਵਾਲੇ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ। ਸ਼ਹੀਦੀ ਸਭਾ ਆਉਣ ਵਾਲੀ ਹੈ, ਤੇ ਖਾਲਸਾ ਜੀ ਜਦੋਂ ਅੰਮ੍ਰਿਤ ਸੰਚਾਰ ਹੁੰਦਾ, ਪੰਜ ਪਿਆਰੇ ਅੰਮ੍ਰਿਤ ਸੰਚਾਰ ਕਰਕੇ ਖੰਡੇ ਦੀ ਪੋਲ ਦਿੰਦੇ ਨੇ ਨਾ, ਤੇ ਅੰਮ੍ਰਿਤ ਸੰਚਾਰ ਦੀ ਜੋ ਵਿਧੀ ਹੈ, ਜੋ ਵਿਧਾਨ ਹੈ, ਉਸ ਦੇ ਵਿੱਚੋਂ ਵੀ ਸਾਨੂੰ ਸਿੱਖਿਆ ਬੜੀ ਵੱਡੀ ਮਿਲਦੀ ਹੈ। ਜਿਨ੍ਹਾਂ ਨੇ ਖੰਡੇ ਦੀ ਪੋਲ ਲਈ ਉਹਨਾਂ ਨੂੰ ਪਤਾ ਹੋਊਗਾ। ਪਰ ਜਦੋਂ ਅੰਮ੍ਰਿਤ ਸੰਚਾਰ ਹੁੰਦਾ, ਜਿਹੜੇ ਪੰਜ ਪਿਆਰੇ ਹੁੰਦੇ, ਉਹਨਾਂ ਦੀ ਨਿਗਾਹ ਕੇਵਲ ਤੇ ਕੇਵਲ ਬਾਟੇ ਦੇ ਉੱਤੇ ਟਿਕੀ ਹੁੰਦੀ ਹੈ, ਉਹਨਾਂ ਦੀ ਨਿਗਾਹ ਹਿਲਦੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਜਦੋਂ ਖੰਡੇ ਦੀ ਪੋਲ ਤਿਆਰ ਕੀਤੀ ਸੀ, ਕਲਗੀਆਂ ਵਾਲੇ ਪਾਤਸ਼ਾਹ ਦੀ ਨਿਗਾਹ ਬਾਟੇ ਤੋਂ ਵੱਖ ਨਹੀਂ ਸੀ ਹੋਈ। ਤੇ ਸਤਿਗੁਰੂ ਨੂੰ ਸਾਹਿਬਾਂ ਨੂੰ ਪੁੱਛਿਆ, ਪਾਤਸ਼ਾਹ ਨਿਗਾਹ ਬਾਟੇ ਦੇ ਉੱਤੇ ਟਿਕੀ ਹੈ ਕਿਉਂ? ਸਾਹਿਬ ਦੇ ਬੋਲ ਸਨ ਕਿ ਸਿੱਖੋ ਭਲਿਓ, ਜਿਹੜੇ ਅੰਮ੍ਰਿਤ ਭਰੇ ਨੇਤਰ ਧੰਨ ਗੁਰੂ ਨਾਨਕ ਸਾਹਿਬ ਨੇ ਰਿੱਠਿਆਂ ਤੇ ਪਾਏ ਸਨ, ਉਹ ਰਿੱਠੇ ਮਿੱਠੇ ਹੋ ਗਏ। ਜਿਹੜੀ ਅੰਮ੍ਰਿਤ ਦ੍ਰਿਸ਼ਟੀ 7 ਸਾਲ ਦੇ ਬਾਲਕ ਤੇ ਪਾਈ, ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਹੋ ਗਏ। ਜਿਹੜੀ ਅੰਮ੍ਰਿਤ ਭਰੀ ਨੇਤਰਾਂ ਦੀ ਦ੍ਰਿਸ਼ਟੀ ਕਦੇ ਭਾਈ ਲਹਿਣੇ ਤੇ ਬਣਾਈ, ਉਹ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਉਜਾਗਰ ਹੋ ਗਏ। ਅੱਜ ਉਹੀ ਅੰਮ੍ਰਿਤ ਭਰੀ ਦ੍ਰਿਸ਼ਟੀ ਇਸ ਅੰਮ੍ਰਿਤ ਦੇ ਬਾਟੇ ਵਿੱਚ ਪਾ ਚੱਲਾਂ। ਜਿਹੜਾ ਵੀ ਗੁਰੂ ਕਾ ਸਿੱਖ ਖੰਡੇ ਦੀ ਪੋਲ ਲਵੇਗਾ, ਉਹ ਗੁਰੂ ਕਾ ਰੂਪ ਹੋ ਜਾਵੇਗਾ। ਇਸੇ ਕਰਕੇ ਕਿਹਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਤੇ ਦੂਸਰੀ ਬੇਨਤੀ ਏ, ਪੰਜ ਛਿੱਟੇ ਨੇਤਰਾਂ ਵਿੱਚ ਪਾਏ ਜਾਂਦੇ ਹਨ। ਉਹਨਾਂ ਦਾ ਭਾਵ ਇਹ ਹੈ ਕਿ ਜਿਹੜੇ ਨੇਤਰ, ਜਿਹੜੀਆਂ ਅੱਖਾਂ ਹਰ ਪਲ ਮਾੜਾ ਤੱਕਦੀਆਂ, ਇਹਨਾਂ ਨੂੰ ਸਮਝ ਦਿੱਤੀ ਜਾਵੇ। ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ, ਸੰਤ ਸੰਗ ਹੇਤ। ਨੇਤਰਾਂ ਦੇ ਵਿੱਚ ਵੀ ਅੰਮ੍ਰਿਤ ਦੇ ਛਿੱਟੇ ਪਾ ਕਰਕੇ ਸਿੱਖਿਆ ਦਿੱਤੀ ਜਾਂਦੀ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇਤਰਾਂ ਵਿੱਚ ਅੰਮ੍ਰਿਤ ਵਰਤਾ ਦਿੰਦੇ। ਜਿਹੜਾ ਬੰਦਾ ਹਰ ਪਲ ਵੈਰ ਵਿਰੋਧ ਈਰਖਾ ਦੀ ਭਾਵਨਾ ਨਾਲ ਦੁਨੀਆ ਨੂੰ ਤੱਕਦਾ, ਉਹਦੇ ਨੇਤਰਾਂ ਵਿੱਚ ਅੰਮ੍ਰਿਤ ਵਰਤ ਜਾਂਦਾ, ਉਹਨੂੰ ਸਮਝ ਪੈ ਜਾਂਦੀ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਖਾਲਕ ਖਲਕ ਖਲਕ ਦਰ ਖਾਲਕ, ਦਿਲ ਅੰਦਰ ਦੀ ਦਾਨ ਸਰਸਤ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਸਦਕਾ ਪੰਜ ਛਿੱਟੇ ਕੇਸਾਂ ਵਿੱਚ ਪਾਏ ਜਾਂਦੇ। ਉਹ ਕੇਵਲ ਤੇ ਕੇਵਲ ਇਸ ਕਰਕੇ ਖਾਲਸਾ ਜੀ ਕਿ ਜਿਹੜੀ ਮੱਤ ਦੇ ਵਿੱਚ ਹਰ ਪਲ ਪਾਪ ਭਰੇ ਨੇ, ਭੈੜੇ ਖਿਆਲ ਆਉਂਦੇ ਨੇ, ਵਿਸ਼ੇ ਵਕਾਰ ਹਮਲਾ ਕਰਦੇ ਨੇ, ਸਿੱਖਿਆ ਮਿਲ ਜਾਵੇ। ਭਰੀਐ ਮੱਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇ ਕੈ ਰੰਗ। ਜਿਹੜੀ ਮੱਤ ਦੇ ਵਿੱਚ ਪਾਪ ਭਰੇ ਸਨ, ਭੈੜੇ ਖਿਆਲ ਭਰੇ ਸਨ, ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਉਸ ਮੱਤ ਦੇ ਵਿੱਚ ਵੀ ਅੰਮ੍ਰਿਤ ਵਰਤਾ ਦਿੰਦੇ ਤੇ ਗੁਰੂ ਕੇ ਸਿੱਖ ਦਾ ਜੀਵਨ ਉੱਚਾ ਚੁੱਕ ਦਿੰਦੇ। ਸੋ ਸਾਹਿਬਜ਼ਾਦਿਆਂ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਆਪਾਂ ਜੁੜੇ ਹਾਂ। ਤੇ ਮੈਂ ਬੇਨਤੀ ਜਿਵੇਂ ਪਹਿਲਾਂ ਕੀਤੀ, ਸਮਾਂ ਸੀਮਤ ਹੈ ਖਾਲਸਾ ਜੀ, ਕਿ ਸਤਿਗੁਰੂ ਸਾਹਿਬ ਦੇ ਸਾਹਿਬਜ਼ਾਦੇ ਉਹ ਆਪਣੇ ਦਾਦਾ ਗੁਰੂ ਤੇਗ ਬਹਾਦਰ ਦੀ ਤਰ੍ਹਾਂ ਧਰਮ ਰੱਖ ਗਏ। ਧੰਨ ਧੰਨ ਗੁਰਦੇਵ ਸੁਤ, ਤਨ ਕੋ ਲੋਭ ਨਾ ਕੀਨ।
ਧਰਮ ਰਾਖ ਕਲ ਮੋ ਗਏ, ਦਾਦੇ ਸੋ ਜਸ ਲੀਨ। ਜੋਰਾਵਰ ਸਿੰਘ ਫਤਿਹ ਸਿੰਘ ਇਹ ਬਿਦ ਤਜੇ ਪ੍ਰਾਣ, ਪ੍ਰਗਟ ਭਏ ਤਿਹ ਲੋਕ ਮੈਂ ਜਾਣਤ ਸਗਲ ਜਹਾਨ। ਉਹਨਾਂ ਸਾਹਿਬਜ਼ਾਦਿਆਂ ਦੇ ਹਿਰਦੇ ਵਿੱਚ ਪ੍ਰਕਾਸ਼, ਉਹਨਾਂ ਸਾਹਿਬਜ਼ਾਦਿਆਂ ਨੂੰ ਅਸਲੀ ਨਮਸਕਾਰ ਤਦ ਹੀ ਹੋ ਸਕਦੀ ਹੈ ਜੇ ਕਿਤੇ ਆਪਾਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਕਮਾਉਣ ਲਈ ਉਦਮ ਕਰਾਂਗੇ। ਸਿੱਖੀ ਪਾ ਲੈਣੀ ਵੱਖਰੀ ਗੱਲ ਹੈ, ਸਿੱਖੀ ਕਮਾ ਲੈਣੀ ਵੱਖਰੀ ਗੱਲ ਹੈ। ਤੇ ਮੈਂ ਬੇਨਤੀ ਕਰਾਂ, ਬਾਣਾ ਪਾ ਲੈਣਾ ਵੀ ਵੱਖਰੀ ਗੱਲ ਹੈ ਤੇ ਬਾਣਾ ਕਮਾ ਲੈਣਾ ਵੀ ਵੱਖਰੀ ਗੱਲ ਹੈ। ਜਿਨੇ ਸਿੱਖੀ ਕਮਾਈ ਹੋਏਗੀ ਉਹਦੇ ਰਸਨਾ ਤੇ ਮਿੱਠੇ ਬੋਲ ਹੋਣਗੇ, ਉਹਦੇ ਨੇਤਰਾਂ ਵਿੱਚ ਗੁਰੂ ਪ੍ਰਤੀ ਪ੍ਰੇਮ ਹੋਏਗਾ। ਜਿਨੇ ਬਾਣਾ ਕਮਾਇਆ ਹੋਏਗਾ ਉਹਦੇ ਨੇਤਰਾਂ ਦੇ ਵਿੱਚ ਵੀ ਵੈਰ ਨਹੀਂ, ਉਹਦੇ ਨੇਤਰਾਂ ਵਿੱਚ ਵੀ ਗੁਰੂ ਦੀ ਮੂਰਤ ਵਸੀ ਹੋਵੇਗੀ, ਉਹਦੇ ਨੇਤਰਾਂ ਦੇ ਵਿੱਚ ਵੀ ਮਿੱਠੇ ਬੋਲ ਹੋਣਗੇ। ਕਿਉਂਕਿ ਕਮਾਈ ਹੋਈ ਚੀਜ਼ ਬੰਦਾ ਛੱਡਦਾ ਨਹੀਂ। ਜਦੋਂ ਕੋਈ ਚੀਜ਼ ਲੱਭ ਜਾਵੇ ਜਾਂ ਪਾ ਲਈ ਹੋਵੇ ਉਹਦੇ ਨਾਲ ਬਹੁਤਾ ਮੋਹ ਨਹੀਂ ਹੁੰਦਾ। ਪਰ ਜਿਹੜੀ ਮਿਹਨਤ ਕਰਕੇ ਕਮਾਈ ਹੋਵੇ, ਜਿੱਦਣ ਮਿਹਨਤ ਕਰਕੇ ਭਾਈ ਮੰਝ ਦੀ ਤਰ੍ਹਾਂ ਸਿੱਖੀ ਕਮਾਵਾਂਗੇ, ਭਾਈ ਜੋਧ ਦੀ ਤਰ੍ਹਾਂ, ਭਾਈ ਸੋਮੇ ਸ਼ਾਹ ਦੀ ਤਰ੍ਹਾਂ ਸਿੱਖੀ ਕਮਾਵਾਂਗੇ, ਵੇਖੋ ਸਿੱਖ ਉਹ ਹੈ ਜਿਸ ਸਿੱਖ ਨੂੰ ਵੇਖਦਿਆਂ ਗੁਰੂ ਚੇਤੇ ਆ ਜਾਵੇ। ਜੇ ਸਿੱਖ ਨੂੰ ਵੇਖਦਿਆਂ ਗੁਰੂ ਚੇਤੇ ਨਹੀਂ ਆਉਂਦਾ, ਹਾਲੇ ਗੁਰੂ ਕਾ ਸਿੱਖ ਨਹੀਂ। ਭਾਈ ਜੋਧ ਨੂੰ ਵੇਖ ਕੇ ਗੁਰੂ ਨਾਨਕ ਚੇਤੇ ਆਉਂਦਾ ਸੀ, ਤਾਂ ਹੀ ਭਾਈ ਲਹਿਣਾ ਜੀ ਸਿੱਧਾ ਗੁਰੂ ਨਾਨਕ ਸਾਹਿਬ ਦੇ ਦੀਦਾਰੇ ਪਾਉਣ ਵਾਸਤੇ ਗਏ। ਭਾਈ ਸੋਮੇ ਸ਼ਾਹ ਨੂੰ ਵੇਖ ਕੇ ਗੁਰੂ ਅਰਜਨ ਦੇਵ ਸਾਹਿਬ ਚੇਤੇ ਆਉਂਦੇ ਸਨ, ਤਾਂ ਹੀ ਸਿੱਖ ਸੰਗਤਾਂ ਜੁੜਦੀਆਂ ਸਨ। ਸੋ ਸਤਿਗੁਰੂ ਕਿਰਪਾ ਕਰਨ, ਸਾਡੇ ਹਿਰਦੇ 'ਚ ਸਿੱਖੀ ਦੀ ਭਾਵਨਾ ਦੀ, ਵੈਰਾਗ ਦੀ ਦਾਤ ਸਤਿਗੁਰੂ ਬਖਸ਼ ਦੇਣ। ਇਤਨੀਆਂ ਬੇਨਤੀਆਂ ਆਪ ਸਭ ਸੰਗਤਾਂ ਨੇ ਪ੍ਰਵਾਨ ਕਰਨੀਆਂ। ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਭਾਈ ਜਸਪ੍ਰੀਤ ਸਿੰਘ ਜੀ ਹਜੂਰੀ ਰਾਗੀ, ਉਹ ਆਪ ਸਭ ਸੰਗਤਾਂ ਦੇ ਦਰਸ਼ਨਾਂ ਵਾਸਤੇ ਪਹੁੰਚੇ ਨੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ, ਜਿਨ੍ਹਾਂ ਆਪ ਸਭ ਸੰਗਤਾਂ ਦੇ ਚਰਨ ਪਰਸਨ ਲਈ ਇਹ ਘੜੀਆਂ ਬਖਸ਼ੀਆਂ। ਔਰ ਬਾਬਾ ਦਵਿੰਦਰ ਸਿੰਘ ਜੀ, ਜਿਨ੍ਹਾਂ ਦੇ ਉਦਮ ਸਦਕਾ ਆਪਾਂ ਸਾਰੇ ਜੁੜੇ ਆ, ਮਿਹਨਤ ਸਦਕਾ। ਕਿਉਂਕਿ ਸਮਾਗਮ ਉਲੀਕਣੇ ਬੜੇ ਕਠਿਨ ਹੁੰਦੇ ਆ, ਉਦਮ ਕਰਨਾ ਕਠਿਨ ਹੁੰਦਾ। ਪਰ ਜਦੋਂ ਕੋਈ ਉਦਮ ਕਰ ਲਵੇ ਫਿਰ ਰੰਗ ਲਾਗਤ 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 ਹੈ, ਭਉ ਭਾਗਤ 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 ਹੈ। ਸੰਗਤਾਂ ਜੁੜਦੀਆਂ ਤੇ ਨਾਮ ਦਾ ਮੀਂਹ ਵਰਸਦਾ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਜੇ ਮਹਾਕਾਲ ਬਾਬਾ ਗੁਰਮੁਖ ਸਿੰਘ ਜੀ, ਉਹ ਵੀ ਆਪ ਸਭ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ। ਆਓ ਇੱਕ ਵਾਰ ਕਲਗੀ ਵਾਲੇ ਪਾਤਸ਼ਾਹ ਦੀ ਸਿਫਤ ਸਲਾਹ ਕਰਕੇ ਆਪਾਂ ਖਿਮਾ ਦੇ ਜਾਚਕ ਹੋਈਏ, ਫਤਿਹ ਦੀ ਸਾਂਝ ਪਾਈਏ। ਸਾਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ, ਸਾਹਿਬਜ਼ਾਦਿਆਂ ਨੂੰ ਹਾਜ਼ਰ ਜਾਣਦੇ ਹੋਏ ਸਭ ਨੇ ਪ੍ਰੇਮ ਨਾਲ ਪੜ੍ਹਨਾ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਚੌਜੀ ਪਿਆਰੇ ਗੋਬਿੰਦ ਸਿੰਘ ਜੀ, ਚੌਜੀ ਪਿਆਰੇ ਗੋਬਿੰਦ ਸਿੰਘ ਜੀ, ਚੌਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।